ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਕਿ ਜਦੋਂ ਮੈਂ ਤੁਹਾਨੂੰ ਇਹ ਸੱਚੀਆਂ ਗੱਲਾਂ ਦੱਸਣ ਲੱਗਿਆ ਵੀ ਜਦੋਂ ਮੈਨੂੰ ਟਹਿਣਾ ਸਾਹਿਬ ਨੇ ਦੱਸਿਆ ਵੀ ਆਪਾਂ ਲਾਹੌਰ ਜਾਣਾ ਤੇ ਮੈਂ ਸੱਚੀ ਇਹ ਕਹਿੰਦੀ ਆ ਕਿ ਇੰਨਾ ਚਾਅ ਮੈਨੂੰ ਕਦੇ ਨਹੀਂ ਚੜਿਆ ਜਿੰਨਾ ਲਾਹੌਰ ਆਉਣ ਤੇ ਚੜਿਆ ਸੀ। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ। ਮੈਂ ਆਪਣੇ ਆਪ ਨੂੰ ਇਸ ਕਾਬਲ ਨਹੀਂ ਸਮਝਦੀ ਕਿ ਸੁਕੀਰਤ ਭਾਜੀ ਦੇ ਇੱਥੇ ਬੈਠਿਆਂ ਹੁੰਦਿਆਂ ਹੋਇਆਂ ਤੇ ਟਹਿਣਾ ਸਾਹਿਬ ਦੇ ਬੈਠਿਆਂ ਹੁੰਦਿਆਂ ਤੇ ਮੈਂ ਕੋਈ ਸੁਝਾਅ ਦਿਆਂ, ਕਿਉਂਕਿ ਮੈਂ ਆਪ ਇਹਨਾਂ ਤੋਂ ਸਿੱਖਿਆ। ਟਹਿਣਾ ਸਾਹਿਬ ਇਸ ਖੇਤਰ 'ਚ ਮੈਂ ਇਹਨਾਂ ਨੂੰ ਆਪਦਾ ਗੁਰੂ ਵੀ ਮੰਨਦੀ ਹਾਂ। ਚਾਹੇ ਪ੍ਰੋਗਰਾਮ ਦੇ ਵਿੱਚ ਪਹਿਲਾਂ ਮੈਂ ਸੀ, ਪਰ ਉਸ ਤੋਂ ਬਾਅਦ 'ਚ ਜਦੋਂ ਤੋਂ ਟਹਿਣਾ ਸਾਹਿਬ ਚੱਜ ਦਾ ਵਿਚਾਰ ਪ੍ਰੋਗਰਾਮ ਦੇ ਨਾਲ ਜੁੜੇ ਤਾਂ ਮੈਂ ਇਹ ਸਮਝਦੀ ਹਾਂ ਕਿ ਮੈਂ ਬਹੁਤ ਸ਼ੁੱਧਤਾ ਵੱਲ ਖਿਆਲ ਕੀਤਾ, ਮੈਂ ਬਹੁਤ ਕੁਝ ਸਿੱਖਿਆ, ਮੈਂ ਬੋਲਣ ਲਾਇਕ ਜੇ ਚੰਗੀ ਪੰਜਾਬੀ ਬੋਲਣ ਲਾਇਕ ਹੋਈ ਹਾਂ। ਇਹਦੇ ਵਿੱਚ ਜਾਂ ਤਾਂ ਮੇਰੇ ਮਾਂ-ਬਾਪ ਦਾ ਹੱਥ ਹੈ ਤੇ ਜਾਂ ਇੱਕ ਟਹਿਣਾ ਸਾਹਿਬ ਦਾ ਹੱਥ ਹੈ ਕਿ ਮੈਂ ਇੰਨੀ ਸ਼ੁੱਧਤਾ ਦੇ ਨਾਲ ਇਹ ਗੱਲਬਾਤ ਕਰ ਪਾਉਂਦੀ ਹਾਂ। ਸੋ ਜਿੱਥੋਂ ਤੱਕ ਜਰਨਲਿਜ਼ਮ ਦੀ ਗੱਲ ਹੈ, ਦੇਖੋ ਕੋਈ ਵੀ ਕੰਮ ਮੈਨੂੰ ਇਹ ਲੱਗਦਾ ਖਾਸ ਤੌਰ ਤੇ ਇੱਕ ਔਰਤ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇੱਕ ਕੁੜੀ ਦੀ ਗੱਲ ਕਰਦੇ ਹਾਂ, ਤੇ ਪਰਮਾਤਮਾ ਦੇ ਵੱਲੋਂ, ਅੱਲਾ ਵੱਲੋਂ, ਉਸ ਕੁਦਰਤ ਦੇ ਵੱਲੋਂ ਇੱਕ ਔਰਤ ਨੂੰ ਜ਼ਿਆਦਾ ਬਲ ਬਖਸ਼ਿਆ ਉਸ ਕੁਦਰਤ ਨੇ। ਕੁਦਰਤ ਦੇ ਵਿੱਚ ਆਪਾਂ, ਕੁਦਰਤ ਵੀ ਇੱਕ ਫੀਮੇਲ ਸ਼ਬਦ ਹੈ ਨਾ, ਸਿਰਜਣਹਾਰੀ ਹੈ, ਉਹ ਔਰਤ ਵੀ ਸਿਰਜਣਹਾਰੀ ਹੈ। ਤੇ ਮੈਨੂੰ ਇਹ ਲੱਗਦਾ ਵੀ ਜੇ ਉਹ ਠਾਣ ਲਵੇ ਵੀ ਮੈਂ ਕੁਝ ਹਾਸਲ ਕਰਨਾ ਹੈ, ਮੈਂ ਕਿਤੇ ਪਹੁੰਚਣਾ ਹੈ, ਮੈਂ ਜ਼ਿੰਦਗੀ ਦੇ ਵਿੱਚ ਇੱਕ ਰੁਤਬਾ ਕਾਇਮ ਕਰਨਾ, ਤਾਂ ਕੋਈ ਵੀ ਕੰਮ ਔਖਾ ਨਹੀਂ ਹੈ। ਗੱਲ ਨੀਤ ਹੈ, ਨੀਤਾਂ ਨੂੰ ਮੁਰਾਦਾਂ ਹੁੰਦੀਆਂ ਨੇ, ਆਪਾਂ ਅਕਸਰ ਇਹ ਗੱਲ ਕਹਿੰਦੇ ਹਾਂ। ਸੋ ਜੇ ਤੁਸੀਂ ਆਪਣੇ ਅੰਦਰ ਇਹ ਤਹੱਈਆ ਕਰ ਲਓ ਕਿ ਮੈਂ ਚੰਗੀ ਪੱਤਰਕਾਰੀ ਕਰਨੀ ਹੈ, ਮੈਂ ਸੁਚੱਜੀ ਪੱਤਰਕਾਰੀ ਕਰਨੀ ਹੈ, ਮੈਂ ਆਪਣਾ ਇੱਕ ਜਿਹੜਾ ਏਮ ਹੈ ਉਹਨੂੰ ਇੱਥੇ ਲੈ ਕੇ ਚੱਲਣਾ, ਇੱਕ ਜਿਹੜਾ ਮੈਂ ਨਿਸ਼ਾਨਾ ਮਿੱਥਿਆ ਹੋਇਆ ਹੈ ਉਹਨੂੰ ਇੱਥੇ ਲੈ ਕੇ ਚੱਲਣਾ ਹੈ, ਤਾਂ ਕੋਈ ਵੀ ਚੀਜ਼ ਔਖੀ ਨਹੀਂ ਹੈ। ਪਰ ਇੱਕ ਚੰਗਾ ਪੱਤਰਕਾਰ ਹੋਣ ਦੇ ਲਈ ਟਹਿਣਾ ਸਾਹਿਬ ਅਕਸਰ ਇਹ ਗੱਲ ਕਹਿੰਦੇ ਹੁੰਦੇ ਆ ਵੀ ਪੱਤਰਕਾਰਤਾ ਕੋਈ 9 to 5 ਵਾਲੀ ਜੌਬ ਨਹੀਂ ਹੈ ਵੀ ਸਵੇਰੇ 9 ਵਜੇ ਕੰਮ ਤੇ ਗਏ ਤੇ 5 ਵਜੇ ਛੁੱਟੀ ਹੋ ਗਈ ਤੇ ਚਲੋ ਆਪੋ ਆਪਣੇ ਘਰੇ। ਪੱਤਰਕਾਰ 24 ਘੰਟੇ ਔਨ ਡਿਊਟੀ ਹੈ। ਬਿਲਕੁਲ ਇਹ ਮਾਇਨੇ ਨਹੀਂ ਰੱਖਦਾ ਕਿ ਉਹ ਕੁੜੀ ਹੈ, ਉਹ ਮੁੰਡਾ ਹੈ, ਉਹ ਬੱਚਾ ਹੈ, ਉਹ ਕੌਣ ਹੈ। ਜੇ ਉਹ ਪੱਤਰਕਾਰ ਹੈ ਤਾਂ ਉਹਦੇ ਮੋਢਿਆਂ ਤੇ ਜ਼ਿੰਮੇਵਾਰੀ ਹੋਰ ਜ਼ਿਆਦਾ ਵੱਧ ਜਾਂਦੀ ਹੈ, ਕਿਉਂਕਿ ਸਮਾਜ ਦੇ ਲੋਕ ਤੁਹਾਡੇ ਉੱਤੇ ਵਿਸ਼ਵਾਸ ਕਰਦੇ ਨੇ, ਤੁਹਾਨੂੰ ਸੁਣਦੇ ਨੇ, ਤੁਹਾਡੇ ਵੱਲੋਂ ਕਹੀਆਂ ਹੋਈਆਂ ਗੱਲਾਂ ਨੂੰ ਵਿਚਾਰਦੇ ਨੇ ਤੇ ਉਹਨਾਂ ਗੱਲਾਂ ਨੂੰ ਸੱਚ ਮੰਨਦੇ ਨੇ। ਸੋ ਜਦੋਂ ਤੁਸੀਂ ਇਸ ਖੇਤਰ ਦੇ ਵਿੱਚ ਆ ਜਾਂਦੇ ਹੋ, ਨਿੱਤ ਖੂਹ ਪੁੱਟਣਾ ਤੇ ਨਿੱਤ ਪਾਣੀ ਪੀਣਾ। ਤੁਸੀਂ ਇਹ ਨਹੀਂ ਕਹਿ ਸਕਦੇ ਵੀ ਕੁਝ ਬਣਿਆ ਬਣਾਇਆ ਜਾਂ ਕੀਤਾ ਕਰਾਇਆ ਲੱਭ ਜਾਊਗਾ। ਤੁਹਾਨੂੰ ਆਪਣੀ ਮਿਹਨਤ ਆਪ ਕਰਨੀ ਪਏਗੀ। ਵਲਗਣਾ ਹਰ ਪਾਸੇ ਹੁੰਦੀਆਂ ਨੇ, ਰੋਕਾਂ ਹਰ ਪਾਸੇ ਹੁੰਦੀਆਂ ਨੇ। ਕਿ ਕੁੜੀਆਂ ਜਿਹੜੀਆਂ ਇਸ ਵੇਲੇ ਡਾਕਟਰੀ ਦੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਂਦੀ? ਕਿ ਜਿਹੜੀਆਂ ਕੁੜੀਆਂ ਇੰਜੀਨੀਅਰ ਬਣਨਾ ਚਾਹੁੰਦੀਆਂ ਨੇ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਆਉਂਦੀ? ਆ ਗੁਰਪ੍ਰੀਤ ਕੌਰ ਭੰਗੂ ਹੋਰੀ ਇੱਥੇ ਬੈਠੇ ਨੇ, ਕੀ ਲੱਗਦਾ ਹੈ ਕਿ ਆਸਾਨੀ ਨਾਲ ਹੀ ਇਸ ਮੁਕਾਮ ਦੇ ਉੱਪਰ ਪਹੁੰਚ ਗਏ? ਤਾਲੀਆਂ ਬਈ, ਇੰਨੀ ਖਾਮੋਸ਼ੀ। ਅਸੀਂ ਅਕਸਰ ਕਿਸੇ ਇਨਸਾਨ ਨੂੰ ਕਿਸੇ ਮੁਕਾਮ ਦੇ ਉੱਪਰ ਬੈਠਾ ਹੋਇਆ ਵੇਖਦੇ ਹਾਂ, ਪਰ ਉਹਨੇ ਉੱਥੋਂ ਤੱਕ ਪਹੁੰਚਣ ਦੇ ਲਈ ਕੀ ਕੁਝ ਆਪਣੇ ਤਨ ਮਨ ਦੇ ਉੱਪਰ ਹੰਢਾਇਆ ਹੈ, ਇਹ ਸਿਰਫ ਉਹ ਬੰਦਾ ਜਾਣਦਾ ਹੁੰਦਾ, ਉਹ ਔਰਤ ਜਾਣਦੀ ਹੁੰਦੀ ਹੈ। ਕਹਿੰਦੇ ਹਰ ਬੰਦੇ ਦੀਆਂ ਦੋ ਕਹਾਣੀਆਂ ਨੇ, ਇੱਕ ਉਹ ਜਿਹੜੀ ਉਹ ਲੋਕਾਂ ਨੂੰ ਦੱਸਦਾ ਹੈ ਤੇ ਇੱਕ ਉਹ ਜਿਹੜੀ ਉਹਨੂੰ ਸਿਰਫ ਆਪ ਨੂੰ ਪਤਾ ਹੁੰਦੀ ਹੈ ਵੀ ਮੇਰੇ ਤੇ ਕੀ ਬੀਤੀ ਹੈ। ਕਹਿੰਦੇ ਜ਼ਿੰਦਗੀ ਦੇ ਕੁਝ ਸਫ਼ਰ ਇਹੋ ਜਿਹੇ ਹੁੰਦੇ ਨੇ ਜਿੱਥੇ ਤੁਹਾਨੂੰ ਕੱਲਿਆਂ ਸਫ਼ਰ ਕਰਨਾ ਪੈਂਦਾ। ਕੋਈ ਮਾਂ-ਬਾਪ ਨਹੀਂ, ਕੋਈ ਭੈਣ ਭਰਾ ਨਹੀਂ, ਕੋਈ ਦੋਸਤ ਮਿੱਤਰ ਨਹੀਂ, ਸਿਰਫ ਤੇ ਸਿਰਫ ਤੁਸੀਂ ਤੇ ਤੁਹਾਡਾ ਸਿਰੜ, ਉਹ ਤੁਹਾਨੂੰ ਉਸ ਰਾਹ ਦੇ ਉੱਪਰ ਤੋਰਦਾ। ਸੋ ਇਰਾਦੇ ਪੱਕੇ ਹੋਣ, ਕੋਈ ਵੀ ਖੇਤਰ ਮੈਨੂੰ ਨਹੀਂ ਲੱਗਦਾ ਅੱਜ ਦੇ ਸਮੇਂ ਤਾਂ ਖਾਸ ਤੌਰ ਤੇ ਤੁਸੀਂ ਵੇਖੋ, ਮੈਂ ਉਸ ਪਰਿਵਾਰ ਦੀ ਧੀ ਹਾਂ, ਮੈਨੂੰ ਬੜਾ ਮਾਣ ਹੁੰਦਾ ਇਹ ਗੱਲ ਦੱਸਣ ਦੇ ਵਿੱਚ ਵੀ ਮੇਰੇ ਦਾਦੀ ਜੀ ਸਵਰਗਵਾਸੀ ਜਸਵੰਤ ਕੌਰ, ਉਹ ਉਹਨਾਂ ਵੇਲਿਆਂ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਹੈਡਮਿਸਟ੍ਰੈਸ ਸੀ ਜਦੋਂ ਕੁੜੀਆਂ ਨੂੰ ਪੜ੍ਹਾਇਆ ਹੀ ਨਹੀਂ ਸੀ ਜਾਂਦਾ। 1945 ਦੇ ਵਿੱਚ ਆ ਕੇ ਉਹਨਾਂ ਨੇ ਸੰਸਾਰਪੁਰ ਵਾਲੇ ਸਰਕਾਰੀ ਸਕੂਲ ਦੇ ਵਿੱਚ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ। ਉਸ ਤੋਂ ਬਾਅਦ ਦੇ ਵਿੱਚ ਮੇਰੇ ਭੂਆ ਜੀ ਸਵਰਗਵਾਸੀ ਸੁਰਿੰਦਰਜੀਤ ਕੌਰ, ਉਹ ਲੈਂਗੁਏਜ ਟੀਚਰ ਹੈ, ਪੰਜਾਬੀ ਪੜ੍ਹਾਉਂਦੇ ਰਹੇ ਨੇ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਉਸ ਦੌਰ ਦੇ ਵਿੱਚ ਜਦੋਂ ਧੀਆਂ ਨੂੰ ਘਰੋਂ ਬਾਹਰ ਵੀ ਨਹੀਂ ਸੀ ਕੱਢਿਆ ਜਾਂਦਾ, ਜਦੋਂ ਉਹਨਾਂ ਨੂੰ ਪੜ੍ਹਾਇਆ ਨਹੀਂ ਸੀ ਜਾਂਦਾ, ਜੇਕਰ ਉਦੋਂ ਇਹ ਸਾਰਾ ਕੁਝ ਉਹ ਕਰ ਸਕਦੇ ਨੇ, ਉਹਨਾਂ ਵਰਗੇ ਹੋਰ ਬਹੁਤ ਸਾਰੇ ਲੋਕਾਂ ਨੇ ਕੀਤਾ। ਤੇ ਅੱਜ ਤਾਂ ਸਾਡੇ ਕੋਲ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਓਪਰਚੁਨਿਟੀਜ਼ ਨੇ, ਸਾਡੇ ਕੋਲ ਸਾਰੇ ਬੂਹੇ ਖੁੱਲੇ ਹੋਏ ਨੇ। ਅਸੀਂ ਜੇ ਚੰਗਾ ਕਰਨਾ ਚਾਹੀਏ ਤੇ ਅਸੀਂ ਕਰ ਸਕਦੇ ਹਾਂ। ਨਿੱਤ ਪੜ੍ਹੀਏ, ਕਿਤਾਬਾਂ ਨਾਲ ਜੁੜਨਾ ਪਊਗਾ, ਸਾਡੀ ਭਾਸ਼ਾ ਨਾਲ ਜੁੜਨਾ ਪਊਗਾ। ਅਸੀਂ ਮਾਂ ਬੋਲੀ ਦਾ ਦਿੱਤਾ ਖਾਂਦੇ ਹਾਂ। ਅਸੀਂ ਅਕਸਰ ਇਹ ਕਹਿੰਦੇ ਹਾਂ ਕਿ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ, ਪਰ ਮੈਨੂੰ ਇਹ ਲੱਗਦਾ ਹੈ ਵੀ ਮਾਂ ਬੋਲੀ ਸਾਡੀ ਸੇਵਾ ਕਰੀ ਜਾਂਦੀ ਹੈ। ਜੇ ਮਾਂ ਬੋਲੀ ਨਾ ਹੋਵੇ ਤੇ ਆਪਾਂ ਇੱਥੇ ਹੀ ਨਾ ਹੋਈਏ।
ਮੈਨੂੰ ਨਹੀਂ ਲੱਗਦਾ ਵੀ ਫਿਰ ਇੰਨਾ ਇਕੱਠ ਹੋਵੇ ਅਸੀਂ ਇੱਥੇ ਹੋਈਏ। ਔਰ ਸਭ ਤੋਂ ਵੱਡੀ ਗੱਲ ਤੁਸੀਂ ਇਹ ਵੇਖੋ, ਇੱਕ ਮਾਂ ਢਿੱਡੋਂ ਕਦੇ ਨਹੀਂ ਚਾਹੁੰਦੀ ਹੁੰਦੀ ਵੀ ਉਹਦੇ ਪੁੱਤਾਂ 'ਚ ਵੰਡ ਪਵੇ, ਉਹਦੇ ਪੁੱਤ ਅੱਡ-ਅੱਡ ਹੋਣ, ਉਹਦੇ ਪੁੱਤਾਂ ਦੇ ਘਰ ਅੱਡ-ਅੱਡ ਹੋਣ। ਤੇ ਸਾਡੀ ਮਾਂ ਵੀ ਸ਼ਾਇਦ ਇਹ ਨਹੀਂ ਚਾਹੁੰਦੀ ਸੀ ਮਾਂ ਬੋਲੀ, ਤਾਂ ਹੀ ਸਾਰੇ ਪੁੱਤ ਆਪਣੇ ਇੱਥੇ ਇਕੱਠੇ ਕੀਤੇ ਨੇ ਉਹਨੇ। ਵਾਹ। ਤੇ ਅਸੀਂ ਆ ਬੈਠੇ ਆ, ਸੋ ਬੜਾ ਮਾਣ ਹੈ। ਮਾਂ ਬੋਲੀ ਪੰਜਾਬੀ ਜ਼ਿੰਦਾਬਾਦ, ਸਦਾ ਹੀ ਜ਼ਿੰਦਾਬਾਦ। ਬੜਾ ਮਾਣ ਹੈ ਸਾਨੂੰ ਸਾਡੀ ਬੋਲੀ ਦੇ ਉੱਪਰ। ਇਹ ਬੋਲੀ ਜ਼ਿੰਦਾਬਾਦ ਸੀ, ਹੈ ਤੇ ਰਹੂਗੀ। ਸੋ ਗੱਲ ਇੱਥੇ ਆ ਕੇ ਮੁੱਕਦੀ ਹੈ ਜੀ ਕਿ ਨਿਸ਼ਚਾ ਕਰ ਲਓ, ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਵੀ ਹਾਸਲ ਕਰ ਸਕਦੇ ਹੋ। ਇੱਕ ਦ੍ਰਿੜ ਇਰਾਦਾ ਹੋਣਾ ਜ਼ਰੂਰੀ ਹੈ। ਕੀ ਬਾਤ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਕਿ ਜਦੋਂ ਮੈਂ ਤੁਹਾਨੂੰ ਇਹ ਸੱਚੀਆਂ ਗੱਲਾਂ ਦੱਸਣ ਲੱਗਿਆ, ਵੀ ਜਦੋਂ ਮੈਨੂੰ ਟਹਿਣਾ ਸਾਹਿਬ ਨੇ ਦੱਸਿਆ ਵੀ ਆਪਾਂ ਲਾਹੌਰ ਜਾਣਾ ਹੈ, ਤੇ ਮੈਂ ਸੱਚੀ ਇਹ ਕਹਿੰਦੀ ਆ ਕਿ ਇੰਨਾ ਚਾਅ ਮੈਨੂੰ ਕਦੇ ਨਹੀਂ ਚੜਿਆ ਜਿੰਨਾ ਲਾਹੌਰ ਆਉਣ ਤੇ ਚੜਿਆ ਸੀ। ਉਦਾਂ ਹੀ ਆਉਂਦੀ ਹੈ ਨਾ ਇੱਕ ਮਸ਼ਹੂਰੀ, ਦਿਲ ਮੇ ਲੱਡੂ ਫੂਟਾ, ਤੇ ਕਈ ਸਾਰੇ ਫੁੱਟੇ ਸੀ। ਮੈਂ ਉਦੋਂ ਹੀ ਤਿਆਰੀ ਖਿੱਚ ਲਈ ਸੀ ਕਿ ਲਾਹੌਰ ਜਾਵਾਂਗੇ। ਅਸੀਂ ਉਹ ਅਕਸਰ ਨਿੱਕੇ ਹੁੰਦਿਆਂ ਤੋਂ ਸੁਣਦੇ ਰਹੇ ਆ ਵੀ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ। ਤੇ ਮੈਨੂੰ ਲੱਗਦਾ ਵੀ ਇਸ ਤਾਂ ਜਨਮ ਦਿਨ ਮਨਾ ਲਏ ਨੇ ਆਪਾਂ ਆਪਣੇ, ਅਸੀਂ ਜਿਉਂਦਿਆਂ 'ਚ ਹੋ ਗਏ ਆ। ਸੋ ਸਭ ਤੋਂ ਵੱਡੀ ਗੱਲ ਇਹ ਹੈ ਵੀ ਮੈਂ ਜਿਸ ਵੇਲੇ ਜ਼ੀਰੋ ਲਾਈਨ ਨੂੰ ਟੱਪਿਆ ਤੇ ਮੈਂ ਆਪਦੇ ਕਦਮਾਂ ਦੀ ਵੀਡੀਓ ਬਣਾਈ, ਕਿਉਂਕਿ ਮੈਂ ਇਸ ਧਰਤੀ ਤੇ ਪਹਿਲਾ ਕਦਮ ਰੱਖਦਿਆਂ ਉਹਨੂੰ ਰਿਕਾਰਡ ਕਰਨਾ ਚਾਹੁੰਦੀ ਸੀ। ਜਦੋਂ ਮੈਂ ਇੱਧਰ ਆਈ ਤੇ ਜਿਸ ਹਿਸਾਬ ਦੇ ਨਾਲ, ਇਹ ਸੱਚੀ ਦਿਲ ਦੀਆਂ ਗੱਲਾਂ ਨੇ, ਆਉਂਦਿਆਂ ਹੀ ਨਾਸਰ ਭਾਜੀ ਸਭ ਤੋਂ ਪਹਿਲਾਂ ਮੈਨੂੰ ਮਿਲੇ, ਅੱਗੇ ਅੰਜੁਮ ਗਿੱਲ ਜੀ ਸੀ ਨਾਲ, ਤੇ ਜਦੋਂ ਨਾਲ ਅਹਿਮਦ ਰਜ਼ਾ ਪੰਜਾਬੀ ਜੀ ਸੀ ਉੱਥੇ। ਤੇ ਜਦੋਂ ਇਹਨਾਂ ਨੇ ਮੇਰੇ ਗਲ ਦੇ ਵਿੱਚ ਫੁੱਲਾਂ ਵਾਲਾ ਹਾਰ ਪਾਇਆ ਤਾਂ ਸੱਚ ਜਾਣਿਓ ਜਿਹੜੀ ਉਹਨਾਂ ਗੁਲਾਬਾਂ 'ਚੋਂ ਮਹਿਕ ਆ ਰਹੀ ਸੀ ਉਹ ਪੰਜਾਬੀ ਦੀ ਮਹਿਕ ਸੀ, ਉਹ ਮੇਰੀ ਮਾਂ ਬੋਲੀ ਦੀ ਮਹਿਕ ਸੀ। ਤੇ ਜਿਵੇਂ ਹੀ ਉਸ ਤੋਂ ਅੱਗੇ ਅਸੀਂ ਵਧੇ ਤੇ ਸਾਨੂੰ ਅੱਗੇ ਸ਼ਹਿਜ਼ਾਦ ਭਾਜੀ ਮਿਲੇ, ਤੇ ਉਹਨਾਂ ਨੇ ਜਿਹੜਾ ਕਿੱਸਾ ਸੁਣਾਇਆ ਉਹਨੇ ਮੈਨੂੰ ਬਹੁਤ ਭਾਵੁਕ ਕਰ ਦਿੱਤਾ। ਉਹ ਕਹਿੰਦੇ ਵੀ ਮੇਰੇ ਜਿਹੜੇ ਦਾਦਾ ਜੀ ਸੀ ਉਹ ਅਬੋਹਰ ਤੋਂ ਆਏ ਸੀ, ਤੇ ਸਾਰੀ ਉਮਰ ਉਹਨਾਂ ਨੇ ਆਪਣੇ ਮੰਜੇ ਦੀ ਪੈਂਦ ਅਬੋਹਰ ਵੱਲ ਨਹੀਂ ਕੀਤੀ ਵੀ ਇੱਧਰ ਮੇਰਾ ਮੱਕਾ ਹੈ, ਮੇਰਾ ਅਬੋਹਰ ਇੱਧਰ ਹੈ। ਵਾਹ ਵਾਹ ਵਾਹ। ਤੇ ਉਸ ਤੋਂ ਬਾਅਦ 'ਚ ਅਸੀਂ ਉੱਥੋਂ ਆਏ ਤਾਂ ਮੈਨੂੰ ਲੱਗਦਾ ਵੀ 20-25 ਜਣੇ ਸੀ, ਪਰ ਇੱਥੇ ਅਸੀਂ ਕਈ 100 ਤੇ ਕਈ ਹਜ਼ਾਰਾਂ ਤੇ ਕਈ ਲੱਖਾਂ ਹੀ ਹੋ ਗਏ ਆ। ਜਿਹੜੀ ਗਲੀ 'ਚੋਂ ਨਿਕਲਦੇ ਆ, ਜਿੱਥੋਂ ਵੀ ਅਸੀਂ ਲੰਘਦੇ ਆ, ਹਰ ਕੋਈ ਪਿਆਰ ਦੇ ਨਾਲ ਸਾਨੂੰ ਜੀ ਆਇਆਂ ਨੂੰ ਕਹਿੰਦਾ ਹੈ, ਹਰ ਕੋਈ ਸਤਿਕਾਰ ਦਿੰਦਾ ਹੈ। ਔਰ ਸੱਚ ਜਾਣਿਓ, ਤੁਹਾਡਾ ਦਿੱਤਾ ਪਿਆਰ, ਸਤਿਕਾਰ, ਇੱਜ਼ਤ ਅਸੀਂ ਆਪਦੀ ਝੋਲੀ 'ਚ ਲੈ ਕੇ ਜਾਵਾਂਗੇ। ਤੇ ਤੁਹਾਡੇ ਨਾਲ ਇਹ ਵਾਅਦਾ ਹੈ ਕਿ ਦੁਨੀਆ 'ਚ ਅਸੀਂ ਜਿੱਥੇ ਵੀ ਜਾਵਾਂਗੇ ਤੇ ਚੱਜ ਦਾ ਵਿਚਾਰ ਪ੍ਰੋਗਰਾਮ ਜਿੰਨੀ ਦੇਰ ਤੱਕ ਵੀ ਚੱਲੂਗਾ, ਅਸੀਂ ਇਸ ਪਿਆਰ ਦਾ, ਇਸ ਸਤਿਕਾਰ ਦਾ ਜ਼ਿਕਰ ਜ਼ਰੂਰ ਕਰਦੇ ਰਵਾਂਗੇ। ਇਹ ਵਾਅਦਾ ਰਹਿ ਗਿਆ।